ਹੈਲੋ ਸਟੂਡੈਂਟਸ, ਟੁਡੇਜ਼ ਟੌਪਿਕ ਇਜ਼ ਕਿਰਚਹਫਸ ਲਾ। ਅੱਜ ਆਪਾਂ ਕਿਰਚਹਫਸ ਲਾ ਕਰਨ ਜਾ ਰਹੇ ਹਾਂ। ਕਿਰਚਹਫ ਇੱਕ ਜਰਮਨ ਫਿਜ਼ਿਸਿਸਟ ਸੀਗਾ ਜਿਹਨੇ ਕਿ ਦੋ ਲਾ ਜਾਂ ਸੈੱਟ ਆਫ ਰੂਲਸ ਡਿਸਕਵਰ ਕੀਤੇ ਸੀਗੇ। ਉਹਨੇ ਪਹਿਲਾ ਲਾ ਦਾ ਨਾਮ ਦਿੱਤਾ ਸੀਗਾ ਕਿਰਚਹਫਸ ਕਰੰਟ ਲਾ ਅਤੇ ਦੂਸਰੇ ਦਾ ਨਾਮ ਦਿੱਤਾ ਸੀਗਾ ਕਿਰਚਹਫਸ ਵੋਲਟੇਜ ਲਾ। ਅੱਜ ਆਪਾਂ ਦੋ ਲਾ ਕਰਨ ਜਾ ਰਹੇ ਹਾਂ ਕਿਰਚਹਫਸ ਨੇ ਦਿੱਤੇ ਸੀਗੇ। ਉਹਨਾਂ ਦਾ ਨਾਮ ਹੈਗਾ ਪਹਿਲੇ ਦਾ ਨਾਮ ਹੈਗਾ ਕਿਰਚਹਫਸ ਕਰੰਟ ਲਾ, ਦੂਸਰੇ ਦਾ ਨਾਮ ਹੈਗਾ ਕਿਰਚਹਫਸ ਵੋਲਟੇਜ ਲਾ। ਲਾ ਪੜ੍ਹਨ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਦੀ ਹਿਸਟਰੀ ਪੜ੍ਹ ਲਈਏ, ਕਿੱਥੋਂ ਆਪਾਂ ਨੂੰ ਆਇਆ ਆ। In 1845, a German physicist Gustav Kirchhoff developed a pair or set of rules or laws which deal with the conservation of current and energy within electrical circuits. These two rules are commonly known as Kirchhoff's circuit laws, with one of Kirchhoff's law dealing with the currents flowing around a closed circuit, that is Kirchhoff's current law, while the other law deal with the voltage source present in closed circuit called Kirchhoff's voltage law। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਸੰਨ 1845 ਈਸਵੀ ਦੇ ਵਿੱਚ ਜਰਮਨ ਫਿਜ਼ਿਸਿਸਟ ਗੁਸਤਾਵ ਕਿਰਚਹੋਫ ਨੇ ਕੀ ਆ ਆਪਣੇ ਇਲੈਕਟ੍ਰੀਕਲ ਸਰਕਿਟ ਦੇ ਵਿੱਚ ਦੋ ਆਪਣੇ ਲਾ ਡਿਸਕਵਰ ਕੀਤੇ ਸੀ। ਉਹਨੇ ਨਾਮ ਰੱਖਿਆ ਸੀਗਾ ਕਿਰਚਹੋਫਸ ਕਰੰਟ ਲਾ ਅਤੇ ਕਿਰਚਹੋਫਸ ਵੋਲਟੇਜ ਲਾ। ਹੁਣ ਆਪਾਂ ਕਿਰਚਹੋਫ ਫਸਟ ਲਾ ਪੜ੍ਹਨ ਜਾ ਰਹੇ ਹਾਂ। ਕਿਰਚਹੋਫ ਫਸਟ ਲਾ ਕੀ ਹੁੰਦਾ ਹੈਗਾ ਆ? ਕਿਰਚਹੋਫ ਕਰੰਟ ਲਾ ਔਰ ਉਹਨੂੰ ਆਪਾਂ KCL ਨਾਲ ਵੀ ਲਿਖਦੇ ਹੈਗੇ ਹਾਂ। ਦੋ ਲਾ ਜਿਹੜੇ ਹੈਗੇ ਉਹਨੂੰ ਆਪਾਂ KCL ਅਤੇ KVL ਨਾਲ ਲਿਖਦੇ ਹੈਗੇ ਹਾਂ। ਕਿਰਚਹੋਫ ਕਰੰਟ ਲਾ ਕੀ ਹੈ? ਕਿਰਚਹੋਫ ਕਰੰਟ ਲਾ ਸਟੇਟਸ ਡੈਟ ਟੋਟਲ ਕਰੰਟ ਔਰ ਚਾਰਜ ਐਂਟਰਿੰਗ ਏ ਜੰਕਸ਼ਨ or node is exactly equal to the charge leaving the node as it has no other place to go except to leave, as no charge is within the node. In other words, the algebraic sum of all the currents entering and leaving a node must be equal to 0। ਇਹਦੇ ਵਿੱਚ ਦੱਸਦਾ ਹੈਗਾ ਕਿ ਇੱਕ ਆਪਾਂ ਜੰਕਸ਼ਨ ਬਣਾ ਲੈਣਾ ਹੈਗਾ। ਉਹਨੇ ਮੈਂ ਤੁਹਾਨੂੰ ਅਗਲੇ ਡਾਇਗਰਾਮ 'ਚ ਦਿਖਾਉਂਦਾ। ਇੱਕ ਜੰਕਸ਼ਨ ਬਣਾ ਲਾਂਗੇ ਆਪਾਂ, ਜਿੰਨੇ ਚਾਰਜ ਉਹਦੇ ਵਿੱਚ ਐਂਟਰ ਕਰੂੰਗੇ ਉਹ ਇਜ਼ ਇਕੁਅਲ ਟੂ ਕਿੰਨੇ ਹੋਣਗੇ ਜਿੰਨੇ ਚਾਰਜ ਕੀ ਆ ਲੀਵ ਕਰੂੰਗੇ। ਕਿਰਚਹੋਫ ਕੀ ਦੱਸਦਾ ਹੈਗਾ ਆ ਕਿ ਨੰਬਰ ਆਫ ਇਨਕਮਿੰਗ ਚਾਰਜ ਐਂਟਰਿੰਗ ਚਾਰਜ ਇਜ਼ ਇਕੁਅਲ ਟੂ ਦਾ ਨੰਬਰ ਆਫ ਆਊਟਗੋਇੰਗ ਚਾਰਜ। ਮਤਲਬ ਕਿ ਅਲਜੈਬਰਿਕ ਸਮ 0 ਕਿੱਦਾਂ ਦਾ ਮਤਲਬ ਕੀ ਕਹਿੰਦਾ ਹੈਗਾ ਕਿ ਜਿੰਨੇ ਕਰੰਟ ਇਹਦੇ ਵਿੱਚ ਇੱਕ ਜੰਕਸ਼ਨ ਇੱਕ ਪੁਆਇੰਟ ਆ ਉਹਦੇ ਵਿੱਚ ਐਂਟਰ ਕਰਦੇ ਪਏ ਹੈਗਾ, ਉਨੇ ਹੀ ਕਰੰਟ ਕੀ ਆ ਉਸ ਪੁਆਇੰਟ ਤੋਂ ਲੀਵ, ਜਿੰਨਾ ਕਰੰਟ ਉਹ ਤੋਂ ਲੀਵ ਕਰਦਾ ਪਿਆ ਉਹਦਾ ਦੋਨਾਂ ਸਮ ਕਰਾਂਗੇ ਤਾਂ ਆਪਣਾ ਕਿੰਨਾ ਆ ਜਾਊਗਾ 0 ਆ ਜਾਊਗਾ। ਜਿੱਦਾਂ ਕਿ ਹੁਣ ਤੁਹਾਨੂੰ ਮੈਂ ਅਗਲੀ ਸਲਾਈਡ ਦੇ ਵਿੱਚ ਦਿਖਾਉਂਦਾ ਹੈ ਉਹਦਾ ਮੈਂ ਕੀ ਕਹਿਣ ਦਾ ਮਤਲਬ ਆ ਮੇਰਾ। ਜਿੱਦਾਂ ਕਿ ਆਹ ਮੈਂ ਆਪਣੇ ਇੱਕ ਡਾਇਗਰਾਮ ਬਣਾਇਆ, ਇਹਦੇ ਵਿੱਚ ਜਿਹੜਾ ਮੈਂ ਪੁਆਇੰਟ ਲਿਖਿਆ, ਪੁਆਇੰਟ ਨੂੰ ਆਪਾਂ ਜੰਕਸ਼ਨ ਕਹਿਤਾ। ਜੰਕਸ਼ਨ ਦਾ ਮਤਲਬ ਕੀ ਹੁੰਦਾ ਆ? ਜਿਹੜਾ ਵੀ ਇੱਕ ਪੁਆਇੰਟ ਆ ਉੱਥੇ ਕੀ ਆ ਕੁਛ ਚੀਜ਼ਾਂ ਆ ਰਹੀਆਂ ਅਤੇ ਉੱਥੋਂ ਹੀ ਪਾਸ ਕਰ ਰਹੀ। ਜਿੱਦਾਂ ਕਿ ਆਪਾਂ ਰੇਲਵੇ ਜੰਕਸ਼ਨ ਦੀ ਆਪਾਂ ਅਗਰ ਗੱਲ ਕਰਾਂਗੇ, ਰੇਲਵੇ ਜੰਕਸ਼ਨ ਦੇ ਵਿੱਚ ਕੀ ਹੁੰਦਾ, ਮੰਨ ਲਓ ਕਿ ਅਗਰ ਆਪਾਂ ਫਗਵਾੜਾ ਜੰਕਸ਼ਨ ਦੀ ਗੱਲ ਕਰੀ ਜਾਂ ਕੋਈ ਵੀ ਲੁਧਿਆਣਾ ਜੰਕਸ਼ਨ, ਕੋਈ ਵੀ ਜੰਕਸ਼ਨ ਦੀ ਗੱਲ ਕਰੀਏ, ਉੱਥੇ ਕੀ ਆ ਟ੍ਰੇਨਸ ਆਉਂਦੀਆਂ। ਮਤਲਬ ਟ੍ਰੇਨ ਦਾ ਮਤਲਬ ਹੋਇਆ ਕਿ ਇਨਕਮਿੰਗ ਆ ਰਹੀ ਆ ਇੱਕ ਫਗਵਾੜਾ ਦੇ ਜੰਕਸ਼ਨ 'ਤੇ, ਅਤੇ ਥੋੜ੍ਹੀ ਦੇਰ ਉਹ ਤੋਂ ਰੁਕਣ ਤੋਂ ਬਾਅਦ ਕੀ ਆ ਉਹ ਪੁਆਇੰਟ 'ਤੇ ਰੁਕਣ ਤੋਂ ਬਾਅਦ ਕੀ ਆ ਉਹ ਕੀ ਆ ਟ੍ਰੇਨਸ ਫਿਰ ਪਾਸ ਕਰ ਰਹੀਆਂ ਹੈਗੀਆਂ, ਕਰ ਜਾਂਦੀਆਂ ਅੱਗੇ ਅਗਲਾ ਸਟੇਸ਼ਨ ਚੱਲ ਜਾਂਦੀਆਂ ਹੈਗੀਆਂ। ਅਤੇ ਉਹ ਚੀਜ਼ ਨੂੰ ਆਪਾਂ ਜਿਹੜੇ ਪੁਆਇੰਟ 'ਤੇ ਚੀਜ਼ ਰੁਕਦੀ ਹੈ ਅਤੇ ਉੱਥੋਂ ਥੋੜ੍ਹੀ ਦੇਰ ਰੁਕ ਕੇ ਫਿਰ ਪਾਸ ਕਰ ਜਾਂਦੇ, ਉਹਨੂੰ ਆਪਾਂ ਕਹਿੰਦੇ ਜੰਕਸ਼ਨ ਕਹਿੰਦੇ। ਇਹਦੇ ਵਿੱਚ ਤੁਸੀਂ ਦੇਖਿਆ ਕਿ I1 ਅਤੇ I2 ਕੀ ਹੈ ਇਨਕਮਿੰਗ ਕਰੰਟ ਆ, ਅਤੇ ਜਿਹੜਾ I3 ਅਤੇ I4 ਕੀ ਹੈਗੇ ਆ ਆਊਟਗੋਇੰਗ ਕਰੰਟ ਹੈਗੇ ਆ। ਠੀਕ ਆ, ਇਸ ਕਰਕੇ ਇਹਦੇ ਵਿੱਚ ਕੀ ਆ ਆਪਾਂ I1 ਅਤੇ I2 ਨੂੰ ਇਨਕਮਿੰਗ ਕਰੰਟ ਲੈ ਲਿਆ ਹੈਗਾ ਅਤੇ I3 ਅਤੇ I4 ਨੂੰ ਕੀ ਲੈ ਲਿਆ ਹੈਗਾ ਆਊਟਗੋਇੰਗ ਕਰੰਟ ਹੈਗਾ। ਮਤਲਬ ਕਿ ਸਮੀਸ਼ਨ ਆਫ ਆਲ ਇਨਕਮਿੰਗ ਕਰੰਟ ਇਜ਼ 0। ਸਮੀਸ਼ਨ ਆਫ ਆਲ ਇਨਕਮਿੰਗ ਕਰੰਟ ਐਂਡ ਆਊਟਗੋਇੰਗ ਕਰੰਟ ਇਜ਼ 0। ਮਤਲਬ ਦੋਨਾਂ ਨੂੰ ਆਪਾਂ I1 ਪਲੱਸ I2 ਪਲੱਸ I3 ਪਲੱਸ I4 ਨੂੰ ਆਪਾਂ ਕੀ ਆ ਇਹਦਾ ਸਾਰਾ ਸਮ ਕਰਾਂਗੇ ਉਹ 0 ਆ ਜਾਣਾ ਹੈ। ਉਹ ਕਿੱਦਾਂ ਤੁਹਾਨੂੰ ਮੈਂ ਐਗਜ਼ਾਮਪਲ 'ਚ ਲੈ ਕੇ ਦੱਸਦਾ ਤੁਹਾਨੂੰ ਮੈਂ। ਸਟੂਡੈਂਟ ਤੁਸੀਂ ਕੀ ਕਰਨਾ ਹੈਗਾ, I1 I2 I3 ਦੀ ਵੈਲਿਊ ਕੀ ਹੈ, 4 ਦੀ ਵੈਲਿਊ ਕੀ ਨੋਟ ਕਰ ਲੈਣੀ। I1 ਦੀ ਵੈਲਿਊ ਕਿੰਨੀ ਹੈਗੀ ਆ 2 ਐਂਪੀਅਰ, I2 ਦੀ ਵੈਲਿਊ ਹੈਗੀ 3 ਐਂਪੀਅਰ, I3 ਦੀ ਵੈਲਿਊ ਹੈਗੀ ਹੈ 1 ਐਂਪੀਅਰ, I4 ਦੀ ਵੈਲਿਊ ਹੈਗੀ ਹੈ 4 ਐਂਪੀਅਰ ਆਪਾਂ ਨੋਟ ਕਰ ਲਈ।
ਠੀਕ ਆ ਜੀ। ਅਤੇ ਜਿਹੜੇ ਇਨਕਮਿੰਗ ਕਰੰਟ ਆ ਜਿੱਦਾਂ ਕਿ I1 ਅਤੇ I2 ਉਹਨੂੰ ਆਪਾਂ ਪੋਜ਼ੀਟਿਵ ਵਿੱਚ ਲੈਣਾ ਹੈਗਾ, ਅਤੇ ਜਿਹੜੇ ਆਊਟਗੋਇੰਗ ਕਰੰਟਾਂ ਨੂੰ ਆਪਾਂ ਕੀ ਲੈਣਾ ਹੈਗਾ, ਨੈਗੇਟਿਵ ਵਿੱਚ ਲੈਣਾ ਹੈਗਾ। ਸਭ ਤੋਂ ਪਹਿਲਾਂ ਜਿੱਦਾਂ ਕਿ ਆਪਾਂ ਡੈਫੀਨੇਸ਼ਨ ਕੀਤੀ ਸੀ, ਡੈਫੀਨੇਸ਼ਨ ਦੇ ਵਿੱਚ ਆਪਾਂ ਕੀ ਪੜ੍ਹਦੇ ਪਏ ਸੀਗੇ ਹੈਗੇ, ਨੈਗੇਟਿਵ 'ਚ ਕਿੱਦਾਂ ਆਉਣਾ, ਕਹਿਣ ਦਾ ਮਤਲਬ ਮੇਰਾ ਕੀ ਹੈਗਾ ਆ, ਕਿ ਡੈਫੀਨੇਸ਼ਨ ਕੀ ਕਹਿੰਦੀ ਕਿ ਆਲ ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਲ ਆਊਟਗੋਇੰਗ ਕਰੰਟ। ਹੁਣ ਇਹਦੇ ਵਿੱਚ ਇਨਕਮਿੰਗ ਕਰੰਟ ਕਿਹੜੇ I1 ਅਤੇ I2, ਅਤੇ ਆਊਟਗੋਇੰਗ ਕਰੰਟ ਕਿਹੜੇ I4 I3 ਅਤੇ I4। ਇਨਕਮਿੰਗ ਕਰੰਟ ਆਪਾਂ ਲਿਖ ਲੈਣੇ I1 + I2 ਇਜ਼ ਇਕੁਅਲ ਟੂ I3 + I4। ਇਹ ਹੋ ਗਿਆ ਆਪਣਾ, ਜਿੱਦਾਂ ਆਪਾਂ ਡਾਇਗਰਾਮ ਕੀਤਾ ਉੱਥੋਂ ਆਪਾਂ ਕੀਤਾ। ਹੁਣ ਆਪਾਂ ਕੀ ਹੈ ਇਹਨਾਂ ਦੇ ਵਿੱਚ ਕੀ ਆ, ਆਪਣੀ ਵੈਲਿਊਜ਼ ਪੁੱਟ ਕਰ ਦੇਣੀਆਂ ਹੈਗੀਆਂ। ਵੈਲਿਊਜ਼ ਕਿੰਨੀ ਸੀ, I1 ਦੀ 2 ਐਂਪੀਅਰ ਸੀਗੀ, ਪਲੱਸ ਉਹਦੀ ਸੀਗੀ 3 ਐਂਪੀਅਰ ਸੀਗੀ। I3 ਦੀ ਵੈਲਿਊ ਆਪਣੀ ਸੀਗੀ 1 ਐਂਪੀਅਰ, ਪਲੱਸ I4 ਦੀ ਵੈਲਿਊ ਸੀ 4 ਐਂਪੀਅਰ। ਦੋਨੋਂ ਦਾ ਸਮ ਕਿੰਨਾ ਆਇਆ ਨਾ, 5 ਆਇਆ ਨਾ। ਬਟ ਜਦੋਂ ਆਪਾਂ 5 ਨੂੰ ਇੱਕ ਪਾਸੇ ਲੈ ਜਾਣਾ ਹੈਗਾ, ਹੁਣ ਆਪਾਂ ਕੀ ਕਰਨਾ ਹੈਗਾ, 2 + 3, ਜਦੋਂ ਆਪਾਂ 1 ਨੂੰ ਇੱਧਰ ਲੈ ਕੇ ਜਾਣਾ, ਲੈਫਟ ਹੈਂਡ ਸਾਈਡ ਲੈ ਕੇ ਜਾਣਾ, ਤਾਂ ਕਿੰਨਾ ਹੈ ਨਾ, +-1 +-4 ਇਜ਼ ਇਕੁਅਲ ਟੂ 0। ਕਿਉਂਕਿ ਡੈਫੀਨੇਸ਼ਨ ਦੇ ਵਿੱਚ ਆਪਾਂ ਕੀਤਾ ਸੀਗਾ ਸਮੇਸ਼ਨ ਆਫ ਆਲ ਇਨਕਮਿੰਗ ਕਰੰਟ ਪਲੱਸ ਸਮੇਸ਼ਨ ਆਫ ਆਲ ਆਊਟਗੋਇੰਗ ਕਰੰਟ ਇਜ਼ ਇਕੁਅਲ ਟੂ 0। ਜਿੱਦਾਂ ਕਿ ਸਟੂਡੈਂਟ ਅਸੀਂ ਦੇਖਦੇ ਪਏ ਹੈਗੇ ਸਕਰੀਨ ਦੇ ਉੱਪਰ, ਆਪਣੀ ਵੈਲਿਊ ਪੁੱਟ ਕਰਤੀ ਆਪਾਂ 2 + 3, ਉਹਦੀ ਵੀ ਵੈਲਿਊ ਪੁੱਟ ਕਰਤੀ 1 + 4। ਹੁਣ ਇਹਦੇ ਵਿੱਚ ਕੀ ਹੈ, ਸਮੇਸ਼ਨ ਦਾ ਮਤਲਬ ਹੁੰਦਾ ਕਿ ਸਮ ਕਰਨਾ। ਸਮ ਕਰਤਾ ਆਪਾਂ ਆਲ ਇਨਕਮਿੰਗ ਕਰੰਟਸ ਦਾ, ਅਤੇ ਉੱਧਰੋਂ ਸਮ ਕਰਤਾ ਆਲ ਆਪਾਂ ਆਊਟਗੋਇੰਗ ਕਰੰਟਸ ਦਾ। ਜਦੋਂ ਆਪਾਂ ਸਮ ਕਰਾਂਗੇ ਤਾਂ ਦੋਨਾਂ ਦਾ ਸਮ ਕੀ ਆਊਗਾ, 0 ਆਊਗਾ। ਜਿੱਦਾਂ ਹੀ ਮੈਂ ਤੁਹਾਨੂੰ ਡੈਫੀਨੇਸ਼ਨ ਪੜ੍ਹਾਈ ਸੀਗੀ, ਉਹਦਾ ਆਪਾਂ ਰਿਜ਼ਲਟ ਆਪਾਂ ਇਹ, ਜਿੱਦਾਂ ਕਿ ਆਹ ਡੈਫੀਨੇਸ਼ਨ ਲਿਖੀ ਹੋਈ ਹੈ, all the currents entering and leaving a node must be equal to 0। मतलब कि I existing ਜਾਂ ਮਤਲਬ I ਹੋ ਗਿਆ leaving plus I entering ਮਤਲਬ ਹੋ ਗਿਆ I ਆਪਣਾ incoming, I existing ਮਤਲਬ outgoing is equal to 0। ਅਤੇ ਇਹਨੂੰ ਆਪਾਂ ਕੀ ਕਹਿੰਦੇ ਆ, ਕੰਜ਼ਰਵੇਸ਼ਨ ਆਫ ਚਾਰਜ ਵੀ ਕਹਿੰਦੇ ਹੈਗੇ। KCL ਅਤੇ ਕਰੰਟ ਲਾ ਦਾ ਕਹਿੰਦੇ ਹੈਗੇ, ਅਤੇ ਕੰਜ਼ਰਵੇਸ਼ਨ ਆਫ ਚਾਰਜ ਵੀ ਕਹਿੰਦੇ। ਹੁਣ ਆਪਾਂ ਅਗਲਾ ਲਾ ਕਰਾਂਗੇ KVL। ਇੱਕ ਵਾਰੀ ਆ ਵੀ ਤੁਸੀਂ ਪਿਕਚਰ 'ਚ ਦੇਖ ਲਓ, ਥੋੜ੍ਹਾ ਹੋਰ ਕਲੈਰੀਫਾਈ ਕਰਕੇ ਲਿਖਿਆ ਹੋਇਆ। ਹੁਣ ਅਗਲਾ ਲਾਅ ਆਇਆ ਨਾ ਆਪਣਾ KVL, ਕਿਰਚਸ ਵੋਲਟੇਜ ਲਾ। ਇਹਦੇ ਵਿੱਚ ਆਪਾਂ ਕੀ ਕਰਨਾ ਹੈਗਾ, ਕੀ ਸਟੇਟ ਕਰਦਾ ਹੈਗਾ, ਇਨ ਐਨੀ ਕਲੋਜ਼ ਸਰਕਿਟ ਦਾ ਡਾਇਗਰਾਮ ਦੇਖਦੇ ਪਏ, ਇਨ ਐਨੀ ਕਲੋਜ਼ ਸਰਕਿਟ ਜਾਂ ਐਨੀ ਕਲੋਜ਼ ਲੂਪ ਨੈਟਵਰਕ ਦਾ ਟੋਟਲ ਵੋਲਟੇਜ ਅਰਾਊਂਡ ਦਾ ਲੂਪ ਇਜ਼ ਇਕੁਅਲ ਟੂ ਦਾ ਸਮ ਆਫ ਆਲ ਵੋਲਟੇਜ ਡ੍ਰੌਪਸ ਵਿਦਿਨ ਦਾ ਸੇਮ which is equal to 0। In other words, the algebraic sum of all sum of all voltages within the loop must be equal to 0। This is called Kirchhoff's second law or voltage law। ਸਾਨੂੰ ਅਦਰ ਲੈਂਗੁਏਜ ਸਮਝਾਉਂਦਾ ਹੈ। KVL ਕੀ ਕਹਿੰਦਾ ਹੈਗਾ ਆ ਕਿ ਜਿੱਦਾਂ ਕਿ ਤੁਸੀਂ ਸਰਕਿਟ ਡਾਇਗਰਾਮ ਦੇਖਦੇ ਪਏ, ਇਹਦੇ ਵਿੱਚ ਆਪਾਂ 2 ਬੈਟਰੀਜ਼ ਬਣਾਈਆਂ, ਉਹਦੇ ਇੱਕ E1 ਨਾਮ ਲਿਖਿਆ, ਦੂਸਰੀ ਬੈਟਰੀ ਨਾਮ ਲਿਖਣਾ ਰਹਿ ਗਿਆ, ਤੁਸੀਂ ਉਹ ਲਿਖ ਲਿਓ E2 ਨਾਮ ਆ, ਠੀਕ ਹੈ ਜੀ। ਅਤੇ ਇਹਦੇ ਵਿੱਚ ਆਪਾਂ ਰਜਿਸਟੈਂਸ ਐਡ ਕੀਤੇ R1 R2 R3 ਅਤੇ R4। ਜਦੋਂ ਆਪਾਂ ਕੀ ਆ ਸਾਰਿਆਂ ਦਾ EMF ਮਤਲਬ ਕਿ ਸਾਰੀਆਂ ਬੈਟਰੀਆਂ ਨੂੰ ਜਦੋਂ ਐਡ ਕਰਾਂਗੇ, ਉਹਦਾ ਆਪਾਂ ਕੀ ਕਰਾਂਗੇ E1 + E2 ਲਿਖ ਦੇਵਾਂਗੇ। ਅਤੇ ਉੱਧਰੋਂ ਆਪਾਂ ਵੋਲਟੇਜ ਡਰੋਪ ਨੂੰ ਜਦੋਂ ਮਤਲਬ ਕਿ ਵੋਲਟੇਜ ਡਰੋਪ ਕੱਢਾਂਗੇ। ਵੋਲਟੇਜ ਡਰੋਪ ਦਾ ਮਤਲਬ ਕੀ ਹੁੰਦਾ ਆ, ਜਿੱਦਾਂ ਵੀ ਕੋਈ ਵੀ ਆਪਣਾ ਇਲੈਕਟ੍ਰੀਕਲ ਸਰਕਿਟ ਆ, ਉਹਦੇ ਵਿੱਚ ਕੀ ਆ, ਅਗਰ ਆਪਾਂ ਕੋਈ ਵੀ ਹੁਣ ਆਪਾਂ ਸਪੋਜ਼ ਕਰੋ ਕਿ ਬੱਲਬ ਲਾਇਆ ਜਾਂ AC ਲਾਇਆ ਹੈਗਾ,
ਜਦੋਂ ਆਪਾਂ ਉਹਨੂੰ ਔਨ ਕਰਦੇ ਆ ਤੁਸੀਂ ਦੇਖਿਆ ਹੋਊਗਾ ਥੋੜ੍ਹੀ ਜਿਹੀ ਲਾਈਟ ਫਲਕਚੁਏਟ ਹੁੰਦੀ, ਮਤਲਬ ਕਿ ਥੋੜ੍ਹਾ ਜਿਹਾ ਵੋਲਟੇਜ ਕੀ ਹੈ ਡਰੋਪ ਹੁੰਦਾ ਹੈਗਾ, ਉਹਨੂੰ ਆਪਾਂ ਵੋਲਟੇਜ ਡਰੋਪ ਕਹਿੰਦੇ। ਵੋਲਟੇਜ ਡਰੋਪ ਕਿਹਦੇ ਬਰਾਬਰ ਹੁੰਦਾ ਹੈ, I/R ਦੇ ਬਰਾਬਰ ਹੁੰਦਾ ਹੈਗਾ, ਠੀਕ ਹੈ ਜੀ। ਅਤੇ ਉਹਨਾਂ ਨਾਲ ਆਪਾਂ ਕੀ ਆ, ਇਹ ਆਪਣਾ ਉਹਨੂੰ ਵੋਲਟੇਜ ਡਰੋਪ ਕਹਿੰਦੇ। ਅਤੇ KVL ਕੀ ਕਹਿੰਦਾ ਹੈਗਾ ਆ, ਸਮ ਆਫ ਆਲ ਦਾ EMFs, ਮਤਲਬ ਕਿ E1 + E2 ਪਲੱਸ ਸਮ ਆਲ ਦਾ ਵੋਲਟੇਜ ਡਰੋਪ ਪਲੱਸ ਸਾਰਿਆਂ ਨੂੰ ਆਪਾਂ ਵੋਲਟੇਜ ਡਰੋਪ ਮਤਲਬ ਕਿ IR, ਸਾਰੇ ਜਿਹੜੇ IR ਹੈਗੇ ਆ ਵੋਲਟੇਜ ਡਰੋਪ ਸਾਰੇ ਖੜ੍ਹ ਕੇ ਉਹ ਕਿਹਦੇ ਬਰਾਬਰ ਆਉਂਦਾ ਹੈਗਾ, 0 ਦੇ ਬਰਾਬਰ ਆਉਂਦਾ ਹੈਗਾ। ਉਹਨੂੰ ਆਪਾਂ ਕੀ ਕਹਿੰਦੇ ਆ, ਕਿਰਚੌਫਸ ਵੋਲਟੇਜ ਲਾਅ। ਜਾਂ ਫਿਰ ਤੁਸੀਂ ਇੱਥੋਂ ਵੀ ਦੇਖ ਸਕਦੇ ਹੈਗੇ ਆ, ਇਹਦੇ ਵਿੱਚ ਕੀ ਇੱਕ ਡਾਇਗਰਾਮ ਬਣਿਆ, ਡਾਇਗਰਾਮ ਦੇ ਵਿੱਚ ਆਪਾਂ ਇੱਕ ਲੂਪ ਬਣਾਈ ਆ, ਜਿੱਥੇ RR ਲਿਖਿਆ ਹੋਇਆ, ਉਹੀ ਇਹ ਚੀਜ਼ ਜਿਹੜੀ ਮੈਂ ਡਾਇਗਰਾਮ ਬਣਾਈ ਸੀਗੀ। ਇਹ ਤਾਂ ਹੁਣ ਆਪਣਾ ਬੇਸਿਕ ਲਾਅ ਹੋ ਗਏ ਵੀ ਕਿਰਚੌਫਸ ਕੀ ਆ, ਅਤੇ ਕਿਰਚੌਫਸ ਵੋਲਟੇਜ ਲਾਅ ਕੀ, ਅਤੇ ਕਿਰਚੌਫਸ ਕਰੰਟ ਲਾਅ ਕੀ ਹੈਗੇ ਆ। ਹੁਣ ਇਹਨਾਂ ਦੇ ਵਿੱਚ ਕੀ ਆ, ਥੋੜ੍ਹੀ ਜਿਹੀਆਂ ਬੇਸਿਕ ਟਰਮ ਵੀ ਆਪਾਂ ਯੂਜ਼ ਕਰਦੇ ਹਾਂਗੇ, ਜਿੱਦਾਂ ਕਿ ਸਰਕਿਟ, ਪਾਥ, ਨੋਡ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈਗਾ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਸਰਕਿਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਇਹ ਸਰਕਿਟ ਇਜ਼ ਏ ਕਲੋਜ਼ ਲੂਪ ਕੰਡਕਟਿੰਗ ਪਾਥ ਇਨ ਵਿਚ ਐਨ ਇਲੈਕਟ੍ਰਿਕ ਕਰੰਟ ਫਲੋ। ਮਤਲਬ ਕਿ ਸਰਕਿਟ ਜਿਹੜਾ ਕਿਹੜਾ ਹੈ, ਜਿਹੜਾ ਤੁਹਾਨੂੰ ਮੈਂ ਹੁਣੀ ਦਿਖਾਇਆ ਸੀਗਾ, ਉਹੀ ਸਰਕਿਟ ਹੁੰਦਾ ਹੈਗਾ। ਸਰਕਿਟ ਦਾ ਮਤਲਬ ਕੀ ਹੁੰਦਾ ਹੈਗਾ ਕਿ ਉਹ ਕਲੋਜ਼ ਲੂਪ ਜਿਹਦੇ ਵਿੱਚ ਕੀ ਆ ਕਰੰਟ ਫਲੋ ਕਰਦਾ ਪਿਆ, ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ, ਸਰਕਿਟ ਕਹਿੰਦੇ ਹੈਗੇ। ਪਾਥ ਕੀ ਆ, ਇਹ ਸਿੰਗਲ ਲਾਈਨ ਆਫ ਕਨੈਕਟਿੰਗ ਐਲੀਮੈਂਟਸ ਔਰ ਸੋਰਸਿਸ। ਪਾਥ ਦਾ ਮਤਲਬ ਕੀ ਹੈਗਾ ਕਿ ਉਹ ਸਿੰਗਲ ਲਾਈਨ ਜਿਹੜੇ ਕਿ ਆਪਣਾ ਐਲੀਮੈਂਟ ਨੂੰ ਕਨੈਕਟ ਕਰਦੀ ਵੀ, ਉਹਨੂੰ ਆਪਾਂ ਪਾਥ ਕਹਿੰਦੇ ਹੈਗੇ। ਨੋਡ ਕੀ ਹੁੰਦਾ ਹੈ, ਇਹ ਨੋਡ ਇਜ਼ ਏ ਜੰਕਸ਼ਨ, ਕਨੈਕਸ਼ਨ ਔਰ ਟਰਮੀਨਲ ਵਿਦਇਨ ਏ ਸਰਕਿਟ ਵੇਅਰ 2 or more circuit elements are connected or joined together giving a connection point between 2 or more branches. ਇਹ ਨੋਡ ਇਜ਼ ਇੰਡੀਕੇਟਡ ਬਾਈ ਡੋਟ, ਮਤਲਬ ਕਿ ਨੋਡ ਨੂੰ ਆਪਾਂ ਕਿੱਦਾਂ ਇੰਡੀਕੇਟ ਕਰਦੇ ਆ, ਡੋਟ ਨਾਲ ਕਰਦੇ ਆ। ਹੁਣ ਤੁਹਾਨੂੰ ਮੈਂ ਡਾਇਗਰਾਮ ਦਿਖਾਉਂਦਾ ਇਹਨਾਂ ਦੇ। ਹੁਣ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਆ ਕਿ ਇਹਦੇ ਵਿੱਚ ਆਪਾਂ ਇੱਕ ਸਰਕਿਟ ਬਣਾਇਆ, ਜਿਹੜੇ ਹੁਣ ਆਪਾਂ 3 ਟਰਮਾਂ ਐਕਸਪਲੇਨ ਕੀਤੀਆਂ ਹੈਗੀਆਂ। ਸਰਕਿਟ ਆ ਜਿਹੜਾ ਕਲੋਜ਼ ਲੂਪ ਸ਼ੋਅ ਕਰਦੀ ਵੀ, ਇਹਨੂੰ ਸਾਰੀ ਚੀਜ਼ ਨੂੰ ਕੀ ਕਹਿੰਦੇ ਆਪਾਂ, ਸਰਕਿਟ ਕਹਿੰਦੇ ਹੈਗੇ ਆ। ਹੁਣ ਇਹਦੇ ਵਿੱਚ ਆਪਾਂ ਇੱਕ AC ਸਪਲਾਈ ਦਿੱਤੀ ਹੈ 220 ਵੋਲਟ ਦੀ, ਇੱਕ ਰਜਿਸਟੈਂਸ ਲਾਇਆ, ਇੱਕ ਲੋਡ ਲਾਇਆ ਹੈਗਾ। ਅਤੇ ਜਿਹੜਾ ਇੱਕ ਹੈਗਾ ਨੋਡ ਮਤਲਬ ਕਿ ਜਿੱਥੇ ਕਿ ਕੋਈ ਵੀ ਦੋ ਚੀਜ਼ਾਂ ਆ ਕੇ 2 ਬ੍ਰਾਂਚਿਸ ਮੀਟ ਕੱਢਦੀਆਂ, ਉਹਨੂੰ ਆਪਾਂ ਨੋਡ ਕਹਿੰਦੇ ਹੈਗੇ। ਪਾਥ ਦਾ ਮਤਲਬ ਹੈ ਕਿ ਕਰੰਟ ਦੀ ਡਾਇਰੈਕਸ਼ਨ ਸ਼ੋਅ ਕਰਦਾ ਪਿਆ ਹੈਗਾ ਵੀ ਉਹ ਕਿੱਧਰ ਮਤਲਬ ਕਿ ਮੂਵ ਕਰਦਾ ਪਿਆ ਹੈਗਾ ਕਰੰਟ, ਠੀਕ ਹੈ ਜੀ। ਅਤੇ ਕਲੋਜ਼ ਲੂਪ ਨੂੰ ਆਪਾਂ ਕੀ ਕਹਿਤਾ ਹੈਗਾ, ਆਪਣਾ ਸਰਕਿਟ ਕਹਿ ਦਿੱਤਾ। ਦੁਬਾਰਾ ਤੋਂ ਦੇਖ ਲਓ ਇੱਕ ਵਾਰੀ, ਸਰਕਿਟ ਕੀ ਸੀਗਾ, ਇੱਕ ਸਰਕਿਟ ਇਜ਼ ਏ ਕਲੋਜ਼ ਲੂਪ ਕੰਡਕਟਿੰਗ ਪਾਥ ਇਨ ਵਿਚ ਐਨ ਇਲੈਕਟ੍ਰਿਕ ਕਰੰਟ ਫਲੋਜ਼। ਪਾਥ ਕੀ ਹੁੰਦਾ ਹੈਗਾ, ਸਿੰਗਲ ਲਾਈਨ ਆਫ ਕਨੈਕਟਿੰਗ ਐਲੀਮੈਂਟਸ ਔਰ ਸੋਰਸਿਸ। ਨੋਡ ਕੀ ਹੈ, ਨੋਡ ਇਜ਼ ਏ ਜੰਕਸ਼ਨ, ਕਨੈਕਸ਼ਨ ਔਰ ਟਰਮੀਨਲ ਵਿਦਇਨ ਏ circuit where 2 or more circuit elements are connected or joined together giving a connection point between 2 or more branches. A node is indicated by dot, ਜਿੱਦਾਂ ਤੁਹਾਨੂੰ ਦੱਸਿਆ, ਮੈਂ ਦਿਖਾਇਆ ਤੁਹਾਨੂੰ ਪਿੱਛੇ ਡਾਇਗਰਾਮ ਦੇ ਵਿੱਚ ਕਿ ਨੋਡ ਨੂੰ ਆਪਾਂ ਕਿੱਦਾਂ ਇੰਡੀਕੇਟ ਕਰਦੇ ਹੈਗੇ, ਕਿ ਡੋਟ ਦੇ ਨਾਲ ਆਪਾਂ ਇੰਡੀਕੇਟ ਕਰਦੇ ਹੈਗੇ। ਇੱਕ ਮੈਸ਼ ਦੀ ਡੈਫੀਨੇਸ਼ਨ ਹੈਗੀ ਸੀ। ਮੈਸ਼ ਕੀ ਹੁੰਦਾ ਹੈ, ਇਹ ਮੈਸ਼ ਇਜ਼ ਏ single closed loop series path that doesn't contain any other path. There are no loop inside the mesh. ਹੁਣ ਇੱਕ ਟਿਪੀਕਲ DC ਸਰਕਿਟ ਨੀਚੇ ਆਪਾਂ ਡਰਾ ਕੀਤਾ ਹੈਗਾ। ਇਹਦੇ ਵਿੱਚ ਤੁਸੀਂ ਦੇਖੋ ਬ੍ਰਾਂਚਿਸ ਵੀ ਦਿਖਦੀ ਪਈ ਹੈਗੀਆਂ, ਨੋਡ ਵੀ ਦਿਖਦਾ ਪਿਆ ਹੈਗਾ, ਇੱਕ ਲੂਪ ਵੀ ਦਿਖਦੀ ਪਈ ਹੈਗੀ ਹੈ, ਠੀਕ ਹੈ। ਅਤੇ ਜਿਹੜੇ ਵੀ ਆਪਾਂ ਕੰਪੋਨੈਂਟਸ ਇਹਦੇ ਵਿੱਚ ਕਨੈਕਟ ਕਰਨੇ ਹੈਗੇ, ਆਈਦਰ ਆਪਾਂ ਸੀਰੀਜ਼ 'ਚ ਕਨੈਕਟ ਕਰਾਂਗੇ ਜਾਂ ਪੈਰਲਲ ਕਨੈਕਟ ਕਰਾਂਗੇ। ਅਗਰ ਆਪਾਂ ਸੀਰੀਜ਼ 'ਚ ਕਨੈਕਟ ਕਰਦੇ ਹੈਗੇ ਆ ਅਤੇ ਉਹਦਾ ਮਤਲਬ ਜਿਹੜਾ ਕਰੰਟ ਆ ਸੀਰੀਜ਼ ਦੇ ਵਿੱਚ ਸੇਮ ਰਹਿੰਦਾ ਹੈਗਾ। ਪੈਰਲਲ ਦੇ ਵਿੱਚ ਕੀ ਆ, ਵੋਲਟੇਜ ਸੇਮ ਰਹਿੰਦੀ ਹੈਗੀ। ਜਿੱਦਾਂ ਕਿ ਇਹਦੇ ਵਿੱਚ ਲਿਖਿਆ ਹੈਗਾ ਕਿ ਨੋਟ ਡੈਟ ਕੀ ਲਿਖਿਆ, ਕੰਪੋਨੈਂਟ ਆਰ ਸੈਟ ਟੂ ਬੀ ਕਨੈਕਟਿਡ ਇਨ ਸੀਰੀਜ਼ ਇਫ ਦਾ ਸੇਮ ਕਰੰਟ ਵੈਲਿਊਜ਼ ਫਲੋ ਥਰੂ ਆਲ ਦਾ ਕੰਪੋਨੈਂਟਸ। ਮਤਲਬ ਕਿ ਉਹ ਆਪਾਂ ਚੀਜ਼ਾਂ ਨੂੰ ਕੀ ਆ, ਸੀਰੀਜ਼ ਕਨੈਕਟ ਕੀਤਾ ਹੋਇਆ ਕਵਾਂਗੇ ਅਗਰ ਇਹਨਾਂ ਦੇ ਵਿੱਚ ਕੀ ਆ, ਕਰੰਟ ਦੀ ਵੈਲਿਊ ਕੀ ਆ, ਸੇਮ ਆਉਂਦੀ ਹੋਊਗੀ।
ਤੇ ਆਪਾਂ ਉਹ ਚੀਜ਼ਾਂ ਨੂੰ ਅਗਲਾ ਹੈਗੀ ਡੈਫੀਨੇਸ਼ਨ, ਕੰਪੋਨੈਂਟਸ ਆਰ ਸੈਟ ਟੂ ਬੀ ਕਨੈਕਟਿਡ ਟੂਗੈਦਰ ਇਨ ਪੈਰਲਲ ਇਫ ਦੇ ਹੈਵ ਦਾ ਸੇਮ ਵੋਲਟੇਜ ਅਪਲਾਈਡ ਅਕਰੋਸ। ਆਪਾਂ ਕੰਪੋਨੈਂਟਸ ਨੂੰ ਕੀ ਕਵਾਂਗੇ, ਇਹ ਆਪਣੇ ਪੈਰਲਲ ਕਨੈਕਟ ਕਰਕੇ ਕਵਾਂਗੇ ਕਿ ਅਗਰ ਸੇਮ ਵੋਲਟੇਜ ਆਪਣੇ ਅਪਲਾਈ ਕਰੋਸ ਕੀਤੀ ਹੋਵੇ। ਠੀਕ ਹੈ ਜੀ। ਸਟੇਟਮੈਂਟ ਲਿਖ ਲਓ ਆਪਣੇ ਕਾਪੀ 'ਤੇ, ਨੋਟ ਡਾਊਨ ਕਰ ਦੇਣਾ। ਆਪਾਂ ਇੱਕ ਵਾਰੀ ਕਿਰਚਰ ਸਰਕਟ ਦਾ ਐਗਜ਼ਾਮਪਲ ਦੇਖ ਲਈਏ। ਪਹਿਲੀ ਐਗਜ਼ਾਮਪਲ ਕੀ ਕਹਿੰਦੀ ਹੈਗੀ ਹੈ ਕਿ ਫਾਈਂਡ ਦਾ ਕਰੰਟ flowing in the 40 ohm resistor R3। ਸਭ ਤੋਂ ਪਹਿਲਾਂ ਤੁਸੀਂ ਕੀ ਹੈ, ਡਾਇਗਰਾਮ ਬਣਾ ਲਓ। ਡਾਇਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਵੋਲਟੇਜ ਸੋਰਸ ਬਣਾਓ, ਉਸ ਤੋਂ ਬਾਅਦ R1 ਡਰਾ ਕਰੋ, R2 ਡਰਾ ਕਰੋ, ਫਿਰ ਤੁਸੀਂ R3 ਡਰਾ ਕਰੋ ਅਤੇ ਦੂਸਰਾ ਵੋਲਟੇਜ ਸੋਰਸ V2 ਬਣਾ ਲਓ। ਸਾਰਿਆਂ ਨੂੰ ਕੀ ਆਪਸ 'ਚ ਕਨੈਕਟ ਕਰ ਦਿਓ। V1 ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ, 100 ਵੋਲਟ। R1 ਦੀ ਵੈਲਿਊ ਦਿੱਤੀ ਹੋਈ 10 ਓਮ। R3 ਦੀ ਵੈਲਿਊ ਦਿੱਤੀ ਹੋਈ ਹੈ 40 ਓਮ। R2 ਦੀ ਵੈਲਿਊ ਦਿੱਤੀ ਹੋਈ ਹੈ 20 ਓਮ। V2 ਦੀ ਵੈਲਿਊ ਦਿੱਤੀ ਹੋਈ ਹੈ 20 ਵੋਲਟ। ਦੋ ਲੂਪ ਆਉਂਦੀਆਂ ਹੈਗੀਆਂ, ਇੱਕ ਹੈਗੀ ਨੰਬਰ 1 ਅਤੇ ਨੰਬਰ 2। ਤੁਸੀਂ R1 ਦੀ ਰਿਪਰਜੈਂਟੇਸ਼ਨ ਇੱਦਾਂ ਵੀ ਦੇ ਸਕਦੇ ਜਿੱਦਾਂ ਮੈਂ ਦਿੱਤੀ ਹੋਈ ਹੈ। R1 ਨੂੰ ਆਪਾਂ R2 R3 R4। R1 ਦੀ ਵੈਲਿਊ ਕਿੰਨੀ ਹੈ, 10 ਓਮ। R2 ਦੀ ਵੈਲਿਊ 20 ਓਮ। R3 ਦੀ ਵੈਲਿਊ 40 ਓਮ। ਅਤੇ ਇੱਧਰੋਂ ਵੋਲਟੇਜ ਸੋਰਸ ਲਾਤਾ V1 ਲਾਤਾ 100 ਵੋਲਟ ਦਾ, V2 ਲਾਤਾ 20 ਵੋਲਟ ਦਾ। ਠੀਕ ਹੈ। ਇਹ V1 ਦੀ ਵੈਲਿਊ ਕਿੰਨੀ, 100 ਵੋਲਟ ਅਤੇ 20 ਵੋਲਟ। R1 ਦੀ ਵੈਲਿਊ 10 ਓਮ, R2 ਦੀ ਵੈਲਿਊ 20 ਓਮ ਅਤੇ R3 ਦੀ ਵੈਲਿਊ 40 ਓਮ। ਹੁਣ ਆਪਾਂ ਕੀ ਆ 40 ਓਮ ਦੇ ਅਕਰੋਸ ਕੀ ਆ ਕਰੰਟ ਦੀ ਵੈਲਿਊ ਕੱਢਣੀ ਹੈਗੀ। ਡਾਇਗਰਾਮ ਬਣਾ ਲਓ ਚੰਗੀ ਤਰ੍ਹਾਂ। ਇਹ ਤੁਸੀਂ ਹੁਣ ਇੱਦਾਂ ਕਰਨਾ ਹੈਗਾ, ਪਹਿਲਾਂ ਸਭ ਤੋਂ ਪਹਿਲਾਂ ਕੀ ਆ, ਯੂਜ਼ਿੰਗ KVL ਕਰਕੇ ਐਡ ਨੋਡ A 'ਤੇ ਆਪਣੇ ਕਿੰਨੀ ਵੈਲਿਊ ਆਈ ਨਹੀਂ, I1 + I2 = ਕਿਹਦੇ ਬਰਾਬਰ ਹੈਗੀ, I3 ਦੀ। ਐਟ ਨੋਡ B ਦੇ ਵਿੱਚ ਕੀ ਆ, I3 ਕਿਹਦੇ ਬਰਾਬਰ ਹੈਗੀ, I1 + I2 ਦੇ। ਉਸ ਤੋਂ ਬਾਅਦ ਯੂਜ਼ਿੰਗ KVL ਜਿਹੜਾ ਲੂਪ 1 ਆ, ਲੂਪ 1 ਇਜ਼ ਗਿਵਨ 10 = 10 ਮਤਲਬ ਕਿ ਆਪਾਂ 10 ਵੋਲਟ। ਠੀਕ ਹੈ ਜੀ। 10 ਵੋਲਟ ਇਜ਼ ਕੀ ਹੈ, R1 × I1 + R3 × I3। R1 ਦੀ ਵੈਲਿਊ ਕਿੰਨੀ ਲਿਖ ਦੇਣੀ ਆਪਾਂ, 10 ਲਿਖ ਦੇਣੀ ਹੈਗੀ ਅਤੇ R2 ਦੀ ਵੈਲਿਊ ਕਿੰਨੀ ਲਿਖ ਦੇਣੀ ਆਪਾਂ, 40 ਲਿਖ ਦੇਣੀ ਹੈਗੀ ਹੈ। ਠੀਕ ਹੈ ਜੀ। ਲੂਪ 2 ਦੇ ਵਿੱਚ ਕੀ ਆ ਗਿਆ, ਲੂਪ 2 ਦੇ ਵਿੱਚ ਆਪਣੇ 20 ਵੋਲਟ ਦਿੱਤੀ ਹੈ ਅਤੇ R2 I2 R3 I3 ਦੀ ਵੈਲਿਊ ਆਪਾਂ ਲਿਖ ਦੇਣੀ ਕਿ ਉਹੀ ਵੋਲਟੇਜ ਡਰੋਪ ਜਿਹੜਾ ਤੁਹਾਨੂੰ ਦੱਸਿਆ ਸੀ I × R ਹੁੰਦਾ ਹੈਗਾ। R2 ਦੀ ਵੈਲਿਊ ਕਿੰਨੀ ਹੈਗੀ, 20 × I2 + 40 × I3। ਹੁਣ ਆਪਾਂ ਇਹਨਾਂ ਨੂੰ ਕੀ ਹੈ ਸਾਈਮਲਟੇਨੀਅਸਲੀ ਕੀ ਆਪਾਂ ਇਹਨਾਂ ਨੂੰ ਸੋਲਵ ਕਰਨਾ ਹੈਗਾ। ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਹੈਗਾ ਅਗਲੇ ਵਿੱਚ ਕਿੱਦਾਂ ਆਪਾਂ ਸੋਲਵ ਕਰਦੇ ਹੈਗੇ। ਨੋਟ ਕਰ ਲਓ ਇਹਦੇ ਵੈਲਿਊ। ਦੇਖੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਆ ਕਿ ਲੂਪ 3 ਇਜ਼ ਗਿਵਨ ਐਜ਼ 10 - 20 = 10 I1। ਹੁਣ ਆਪਾਂ ਮਤਲਬ ਕਿ ਇਹਨਾਂ ਨੂੰ ਸਾਈਮਲਟੇਨੀਅਸਲੀ ਜਦੋਂ ਸੋਲਵ ਕਰਾਂਗੇ ਆਪਸ 'ਚ ਕਰ ਦੇਣਾ ਇਹਨਾਂ ਨੂੰ, ਇਹ ਦੋਨੇ ਕਿਉਂਕਿ ਓਪੋਜ਼ਿਟ ਆਉਂਦੀ ਇਸ ਕਰਕੇ ਇਹਨਾਂ ਨੂੰ ਮਾਈਨਸ ਕਰ ਦੇਣਾ ਹੈਗਾ। ਲੂਪ 1 ਅਤੇ ਲੂਪ 2 ਨੂੰ ਕਿੰਨੀ ਆ ਜਾਊਗੀ ਆਪਣੀ ਵੈਲਿਊ ਕੱਢ ਕੇ, 10 I1 - 10 I2। ਇਕੁਏਸ਼ਨ 1 ਆ ਗਈ ਆਪਣੇ ਕੋਲ 10 = 50 I1 + I2 ਅਤੇ ਇਕੁਏਸ਼ਨ 2 ਆ ਗਈ ਆਪਣੇ 20 = 40 I1 + 60 I2। ਸਾਈਮਲਟੇਨੀਅਸਲੀ ਆਪਾਂ ਕੀ I1 ਅਤੇ I2 ਦੀ ਵੈਲਿਊ ਕੱਢ ਲੈਣੀ ਹੈਗੀ ਹੈ ਅਤੇ I1 ਦੀ ਵੈਲਿਊ ਕਿੰਨੀ ਇਹਦੇ ਵਿੱਚ ਆ ਰਹੀ ਹੈਗੀ ਹੈ, -0.143 ਐਂਪੀਅਰਸ। ਅਤੇ ਇਹਨੂੰ ਆਪਾਂ ਸਬਸਟੀਟਿਊਟ ਕਰ ਦੇਣਾ ਹੈਗਾ I2 in terms of I1 gives us the value of I2। ਇਹਦੀ ਵੈਲਿਊ ਕਿੰਨੀ ਆ ਰਹੀ ਹੈ, 0.429 ਐਂਪੀਅਰਸ। ਅਤੇ I3 ਕਿਹਦੇ ਬਰਾਬਰ ਸਾਨੂੰ ਪਤਾ ਹੀ ਹੈ, I1 + I2 ਦੇ। I3 ਦੀ ਵੈਲਿਊ ਆਪਾਂ ਕੈਲਕੂਲੇਟ ਕਰਨੀ ਹੈ, I1 ਅਤੇ I2 ਦੀ ਵੈਲਿਊ ਪੁੱਟ ਕਰ ਦੇਣੀ ਹੈ ਅਤੇ ਕਿੰਨੀ ਆਪਣੀ ਆਉਣੀ ਹੈ, 0.286 ਐਂਪੀਅਰ ਕੀ ਹੈ ਕਰੰਟ ਕੀ ਹੈ ਫਲੋ ਕਰਦਾ ਪਿਆ ਹੈਗਾ। ਅਤੇ ਵੋਲਟੇਜ ਡਰੋਪ ਕਿੰਨਾ ਹੁੰਦਾ, I × R ਹੁੰਦਾ ਹੈਗਾ ਅਤੇ ਉਹਦੀ ਵੈਲਿਊ ਕਿੰਨੀ ਆਉਣੀ ਹੈ, 11.44 ਵੋਲਟ ਹੈ।
ਨੈਗੇਟਿਵ ਸਾਈਨ ਕੀ ਆਪਾਂ ਨੂੰ ਸ਼ੋ ਕਰਦਾ ਹੈਗਾ ਕਿ ਡਾਇਰੈਕਸ਼ਨ ਆਫ ਕਰੰਟ flow initially chosen was wrong but never the less still valid. In fact the 20 volt battery is charging the 10 volt battery. ठीक है जी। ਹੁਣ ਆਪਣੀ ਐਪਲੀਕੇਸ਼ਨਸ ਦੇਖਣੀਆਂ, ਐਪਲੀਕੇਸ਼ਨ ਆਫ ਕਿਰਚੌਫ ਸਰਕਿਟ ਲਾ ਦੀ। ਥੈਂਕ ਯੂ ਸਟੂਡੈਂਟਸ, ਅੱਜ ਦਾ ਲੈਕਚਰ ਇੰਨਾ ਹੀ ਸੀਗਾ ਅਤੇ ਇਹ ਸੀ ਆਪਣਾ ਕਿਰਚੌਫਸ ਕਰੰਟ ਲਾ ਐਂਡ ਵੋਲਟੇਜ ਲਾ। ਇਹਦੇ ਤੁਸੀਂ ਨੋਟਸ ਬਣਾ ਲੈਣੇ ਹੈਗੇ ਆ, ਅਤੇ ਨੋਟਸ ਬਣਾਉਣ ਤੋਂ ਬਾਅਦ ਤੁਸੀਂ ਮੈਨੂੰ ਅਗਰ ਤੁਹਾਨੂੰ ਕੋਈ ਵੀ ਡਿਫੀਕਲਟੀ ਹੈਗੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਆ। ਆਪਣਾ ਟੈਕਸਟ ਮੈਸੇਜ ਵੀ ਕਰ ਸਕਦੇ ਹੈਗੇ ਜਾਂ ਕਾਲ ਵੀ ਕਰ ਸਕਦੇ ਹੈਗੇ। ਕੋਈ ਵੀ ਡਿਫੀਕਲਟੀ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਆ। ਥੈਂਕ ਯੂ ਸਟੂਡੈਂਟਸ।